ਹੋਰਿਓ ਗੰਗ ਵਹਾਈ ਹੈ ਦੁਨਿਆਈ ਆਖੈ ਕਿ ਕਿਉਨ। ਕਿ ਕਿਉਨ ਦੁਨਿਆਈ ਆਖੈ ਕਿ ਕਿਉਨ। ਹੋਰਿਓ ਗੰਗ ਵਹਾਈ ਹੈ। ਬਾਬੇ ਨਾਨਕ ਨੇ, ਗੁਰੂ ਨਾਨਕ ਦੇਵ ਜੀ ਨੇ ਉਲਟੀ ਗੰਗਾ ਹੋਰ ਪਾਸਿਓਂ ਚਲਾ ਦਿੱਤੀ ਹੈ। ਦੁਨੀਆ ਕਹਿੰਦੀ ਇਹ ਕੀ ਕੀਤਾ ਹੈ? ਦੁਨਿਆਈ ਆਖੈ ਕਿ ਕਿਉਨ। ਉਲਟੀ ਗੰਗਾ ਕਿਹੜੀ ਚਲਾਈ ਹੈ? ਚੇਲੇ ਦੇ ਪੈਰਾਂ 'ਤੇ ਮੱਥਾ ਟੇਕ ਦਿੱਤਾ। ਆਪ ਗੁਰੂ ਨਾਨਕ ਨੇ ਗੁਰੂ ਅੰਗਦ ਦੇਵ ਦੇ ਪੈਰਾਂ 'ਤੇ ਮੱਥਾ ਟੇਕਿਆ। ਇਹ ਹੀ ਉਲਟੀ ਗੰਗਾ ਹੈ। ਉਲਟੀ ਹੋਰਿਓ ਗੰਗ ਵਹਾਈ ਹੈ ਦੁਨਿਆਈ ਆਖੈ ਕਿ ਕਿਉਨ। ਮਹਾਂਪੁਰਸ਼ਾਂ ਨੇ ਸਪਸ਼ਟ ਕਰ ਦਿੱਤਾ। ਆਮ ਤੌਰ 'ਤੇ ਕਿ ਕਿਉਂ ਨਹੀਂ ਕਰ ਦਿੰਦੇ ਹੈ। ਕਿ ਕਿਉਨ ਪਾਠ ਨਹੀਂ ਹੈ ਸਾਧ ਸੰਗਤ ਜੀ। ਕਿ ਕਿਉਨ ਕੀ ਕੀਤਾ ਹੈ। ਹਾਂਜੀ। ਹੋਰਿਓ ਗੰਗ ਵਹਾਈ ਹੈ ਦੁਨਿਆਈ ਆਖੈ ਕਿ ਕਿਉਨ। ਨਾਨਕ ਈਸਰ ਜਗਨਾਥ ਉਜਹਦੀ ਵੈਣ ਵਿਰ ਕਿਉਨ। ਹਾਂਜੀ, ਇਹ ਜੋ ਪਾਠ ਮਹਾਂਪੁਰਖਾਂ ਨੇ ਜਿਵੇਂ ਪੜ੍ਹਿਆ ਉੱਚ ਹੱਦੀ ਵੱਖਰਾ ਵੱਖਰਾ ਹੈ। ਕਈਆਂ ਸਰੂਪਾਂ ਸੈਂਚੀਆਂ ਦੇ ਵਿੱਚ ਇਹ ਪਾਠ ਇਕੱਠਾ ਵੀ ਛਪਿਆ ਹੋਇਆ ਹੈ, ਪਰ ਸੰਪਰਦਾ ਅਨੁਸਾਰ ਇਹ ਪਾਠ ਵੱਖਰਾ ਵੱਖਰਾ ਹੈ। ਅਤੇ ਇਸ ਕਰਕੇ ਇਸੇ ਤਰ੍ਹਾਂ ਵੱਖ ਵੱਖ ਹੀ ਇਸ ਪਾਠ ਦਾ ਉਚਾਰਨ ਕਰਨਾ ਹੈ ਜੀ। ਹਾਂਜੀ। ਮਾਧਾਣਾ ਪਰਬਤਕਾਰ ਨੇਤਰ ਬਾਸਕ ਸ਼ਬਦ ਰਿੜ ਕਿਉਨ। 14 ਰਤਨ ਨਿਕਾਲਿਆਨ ਕਰ ਆਵਾ ਗੌਣ ਚਿਲ ਕਿਉਨ। ਕੁਦਰਤ ਇਹ ਵੇਖਾਲੀਅਨ ਦਿਨ ਐਵਡ ਪਿੰਡ ਠਣ ਕਿਉਨ। ਹਾਂਜੀ, ਇਹ ਪਾਠ ਲਿਖਣ ਦੇ ਵਿੱਚ ਤਾਂ ਪਿੰਡ ਹੀ ਲਿਖਿਆ ਹੋਇਆ ਹੈ, ਪਰ ਜਿਵੇਂ ਮਹਾਂਪੁਰਖ ਕਥਾ ਦੇ ਵਿੱਚ ਦੱਸਦੇ ਹਨ, ਉਚਾਰਨ ਕਰਨ ਲੱਗਿਆਂ ਜਿਵੇਂ ਮਹਾਂਪੁਰਖਾਂ ਨੇ ਪੜ੍ਹਿਆ ਹੈ ਇਸੇ ਤਰ੍ਹਾਂ ਇਸ ਪਾਠ ਦਾ ਉਚਾਰਨ ਪਿੰਡ ਹੈ। ਤੋ ਆਪ ਜੀ ਨੇ ਨੋਟ ਕਰ ਲੈਣਾ। ਤੋ ਇਹ ਪਾਠ ਪਿੰਡ ਉਚਾਰਨ ਕਰਨਾ ਹੈ ਜਿਵੇਂ ਮਹਾਂਪੁਰਖਾਂ ਨੇ ਪੜ੍ਹਿਆ ਹੈ ਜੀ। ਹਾਂਜੀ। ਲਹਿਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ। ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ। ਸਿੱਖਾਂ ਪੁੱਤਰਾਂ ਕੁਖ ਕੈ ਸਭ ਉਮਤ ਵੇਖੋ ਜੇ ਕਿਓਨ। ਜਾਂ ਸੁਦੋਸ ਤਾਂ ਲਹਿਣਾ ਟਿਕਿਓਨ। ਜਾਂ ਸੁਦੋਸ ਤਾਂ ਲਹਿਣਾ ਟਿਕਿਓਨ। ਇਸੇ ਤਰ੍ਹਾਂ ਹੀ ਸੁਦੋਸ ਪਾਠ ਕਰਨਾ ਹੈ। ਹਾਂਜੀ। ਫੇਰ ਵਸਾਇਆ ਫੇਰੋ ਆਣ ਸਤਿਗੁਰ ਖਾਡੂਰ। ਜਪ ਤਪ ਸੰਜਮ ਨਾਲ ਤੁਧ ਹੋਰ ਮੁਚ ਗੁਰੂਰ। ਲਭ ਵਿਣਾਹੇ ਮਾਨਸਾ ਜਿਉ ਪਾਣੀ ਬੂਰ। ਹਾਂਜੀ ਸਾਧ ਸੰਗਤ ਜੀ, ਜਿੱਥੋਂ ਪੰਜਵੀਂ ਪੌੜੀ ਪ੍ਰਾਰੰਭ ਹੁੰਦੀ ਹੈ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਅਤੇ ਇਸ ਕਰਕੇ ਇਹ ਜੋ ਪਾਠ ਹੈ ਔਂਕੜ ਬੁਲਾ ਕੇ ਕਰਨਾ, ਫੇਰ ਆਣ ਨਹੀਂ ਕਰਨਾ। ਤਾਂ ਫੇਰ ਆਣ ਇਕੱਠਾ ਪਾਠ ਹੈ, ਪਰ ਔਂਕੜ ਬੁਲਾ ਕੇ ਕਰਨਾ ਹੈ। ਜਿਵੇਂ ਮਹਾਂਪੁਰਖ ਪਾਠ ਕਰ ਰਹੇ ਹਨ ਬੜੀ ਸ਼ੁੱਧਤਾ ਦੇ ਨਾਲ, ਤਾਂ ਇਸੇ ਤਰ੍ਹਾਂ ਹੀ ਇਹ ਸਾਰੇ ਪਾਠ ਕਰਨੇ ਹਨ। ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਹਾਂਜੀ। ਫੇਰ ਵਸਾਇਆ ਫੇਰੋ ਆਣ ਸਤਿਗੁਰ ਖਾਡੂਰ। ਜਪ ਤਪ ਸੰਜਮ ਨਾਲ ਤੁਧ ਹੋਰ ਮੁਚ ਗੁਰੂਰ। ਲਭ ਵਿਣਾਹੇ ਬਾਣ ਸਾ ਜਿਉ ਪਾਣੀ ਬੂਰ। ਵਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ। ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ। ਨੌ ਨਿਤ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ। ਨਿੰਦਾ ਤੇਰੀ ਜੋ ਕਰੇ ਸੋ ਵੰਝੈ ਚੂਰ। ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ। ਫੇਰ ਵਸਾਇਆ ਫੇਰੋ ਆਣ ਸਤਿਗੁਰ ਖਾਡੂਰ। ਫੇਰ ਵਸਾਇਆ ਫੇਰ ਆਣ, ਜਿਵੇਂ ਗਿਆਨੀ ਜੀ ਨੇ ਪਹਿਲਾਂ ਦੱਸਿਆ ਹੈ, ਮਹਾਂਪੁਰਸ਼ ਪੜ੍ਹ ਰਹੇ ਹਨ। ਫੇਰੂ ਆਣ ਵੱਖਰਾ ਵੱਖਰਾ ਨਹੀਂ ਹੈ। ਫੇਰੂ ਆਣ ਦਾ ਮਤਲਬ ਹੈ ਫੇਰੂ ਦੇ ਪੁੱਤਰ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਿਤਾ ਜੀ ਦਾ ਨਾਮ ਸੀ ਬਾਬਾ ਫੇਰੂ ਮੱਲ। ਇਸ ਕਰਕੇ ਫੇਰੂ ਜੀ ਦੇ ਪੁੱਤਰ ਨੇ ਫੇਰ ਵਸਾਇਆ, ਫੇਰ ਆ ਕੇ ਇਹ ਨਗਰ ਸ੍ਰੀ ਖਡੂਰ ਸਾਹਿਬ ਨੂੰ ਵਸਾ ਦਿੱਤਾ, ਆਬਾਦ ਕੀਤਾ। ਹਾਂਜੀ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ।
ਪਿਉ ਦਾਦੇ ਜੀਵਹਾ ਪੋਤਾ ਪਰਵਾਣ, ਜਿਨ ਬਾਸਕ ਨੇਤਰੈ ਘੱਤਿਆ ਕਰਨੇ ਹੀ ਤਾਣ, ਜਿਨ ਸਮੁੰਦ ਵਿਰੋਲਿਆ ਕਰ ਮੇਨ ਮਧਾਣ। 14 ਰਤਨ ਨਿਕਾਲਿਆ ਨ ਕੀ ਤੋਨ, ਚਾਨਾਣ ਘੂੜਾ ਕੀਤੋ ਸਹਿਜਦਾ ਜਤ ਕੀਓ ਪਲਾਣ। ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ, ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ। ਸਤਹੁ ਖੇਤ ਜਮਾਇਓ ਸਤਹੁ ਸ਼ਾਵਾਣ, ਨਿਤਰ ਸੂਈ ਤੇਰੀ ਐ ਕਿਉ ਮੈਦਾ ਖਾਣ। ਚਾਰੇ ਕੁੰਡਾਂ ਸੁਜਿਓ ਸ ਮਨ ਮਹਿ ਸ਼ਬਦ ਪ੍ਰਵਾਣ, ਆਵਾ ਗਉਣ ਨਿਵਾਰਿਓ ਕਰ ਨਦਰ ਨਿਸ਼ਾਨ। ਉਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ, ਅਵਤਰਿਆ ਅਵਤਾਰ ਲੈ ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ। ਝੱਖੜ ਵਾਉ ਨ ਡੋਲਈ ਪਰਮਤ ਮੇਰਾਣ, ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਣ। ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਨ। ਦਾਨ ਜੇ ਸਤਿਗੁਰ ਭਾਵਸੀ ਸੋ ਸੱਤੇ ਦਾਨ, ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ। ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਪਿਉ ਦਾਦੇ ਜੀਵਹਾ ਪੋਤਰਾ ਪ੍ਰਵਾਣ। ਹਾਂਜੀ ਸਾਧ ਸੰਗਤ ਜੀ, ਜਿਵੇਂ ਉੱਪਰ ਪਾਠ ਹੁੰਦਾ ਹੈ ਔਰ ਪੌੜੀ ਦੇ ਆਖਰ ਦੇ ਵਿੱਚ ਵੀ ਪਾਠ ਹੁੰਦਾ ਹੈ। ਪੱਪੇ ਨੂੰ ਸਿਹਾਰੀ, ਯਈਏ ਨੂੰ ਦੁਲੈਂਕੜ ਹੈ, ਪਰ ਜਦੋਂ ਉਚਾਰਨ ਕਰਨਾ ਹੈ ਤੇ ਪਾਠ ਪਿਉ ਬਣ ਜਾਵੇਗਾ। ਯਈਏ ਦੀ ਥਾਂ ਤੇ ਊੜੇ ਦੀ ਆਵਾਜ਼ ਨਿਕਲੇਗੀ, ਪਿਉ ਦਾਦੇ ਜੀਵਹਾ ਪੋਤਾ ਪ੍ਰਵਾਣ। ਔਰ ਇੱਕ ਗੱਲ ਹੋਰ ਧਿਆਨ ਰੱਖਣ ਯੋਗ ਹੈ, ਉੱਪਰ ਜਦੋਂ ਆਪਾਂ ਪਾਠ ਪੜ੍ਹਦੇ ਹਾਂ ਪਿਉ ਦਾਦੇ ਜੀਵਹਾ ਪੋਤਾ ਪ੍ਰਵਾਣ, ਇੱਥੇ ਪੋਤਾ ਹੈ, ਪਰ ਜਦੋਂ ਇਸ ਪੌੜੀ ਦੀ ਸਮਾਪਤੀ ਹੁੰਦੀ ਹੈ ਉੱਥੇ ਪਾਠ ਆਉਂਦਾ ਹੈ ਪੋਤਰਾ। ਤੋ ਇਸ ਗੱਲ ਦਾ ਆਪਾਂ ਖਿਆਲ ਰੱਖਣਾ ਹੈ, ਉੱਪਰ ਪੋਤਾ ਪਾਠ ਕਰਨਾ ਹੈ, ਥੱਲੇ ਜਿਵੇਂ ਲਿਖਿਆ ਹੋਇਆ ਔਰ ਮਹਾਂਪੁਰਖਾਂ ਨੇ ਜਿਵੇਂ ਆਪ ਜੀ ਨੂੰ ਪੜ੍ਹ ਕੇ ਦੱਸਿਆ, ਮਹਾਂਪੁਰਖ ਪੜ੍ਹ ਰਹੇ ਨੇ, ਇਸੇ ਤਰ੍ਹਾਂ ਹੀ ਇਹ ਪਾਠ ਕਰਨਾ ਹੈ। ਪਿਉ ਦਾਦੇ ਜੀਵਹਾ ਪੋਤਾ ਪ੍ਰਵਾਣ ਤੇ ਪਿਉ ਦਾਦੇ ਜੀਵਹਾ ਪੋਤਰਾ ਪ੍ਰਵਾਣ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਿੱਖੀ ਅਤੈ ਸੰਗ ਤੇ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੋ ਅਤੋਲ ਤੂੰ, ਤੇਰਾ ਅੰਤ ਨ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰੋ ਤਾਰਿਆ। ਲੱਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸੱਪਰ ਵਾਰਿਆ। ਹਾਂਜੀ, ਇਸੇ ਤਰ੍ਹਾਂ ਦੇ ਨਾਲ ਇਹ ਪਾਠ ਜਿਹੜਾ ਹੈ ਪਰਵਾਰਿਆ, ਸੱਸਾ ਜਿਹੜਾ ਹੈ ਇਹ ਸੰਬੰਧਕ ਹੋ ਜਾਵੇਗਾ। ਸੱਪਰ ਵਾਰਿਆ ਪਾਠ ਨਹੀਂ ਕਰਨਾ ਹੈ, ਸੱਸੇ ਨੂੰ ਸੰਬੰਧਕ ਕਰਕੇ ਜਿਵੇਂ ਮਹਾਂਪੁਰਖਾਂ ਨੇ ਪੜ੍ਹਿਆ ਇਸੇ ਤਰ੍ਹਾਂ ਦੇ ਨਾਲ ਪਰਵਾਰਿਆ, ਇਸ ਤਰ੍ਹਾਂ ਹੀ ਪਾਠ ਕਰਨਾ ਹੈ। ਲੱਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸਭ ਪਰਵਾਰਿਆ। ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਕਾਰਿਆ। ਨਾਨਕ ਤੋਂ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਗੁਰ ਡਿੱਠਾ ਤਾਂ ਮਨ ਸਾਧਾਰਿਆ। ਜਗ ਚਾਰੇ ਜਗ ਚਹੁ ਜੁਗੇ ਪੰਚਾਇਣ ਆਪੇ ਹੋਆ। ਆਪੀ ਨ ਆਪ ਸਾਜਿਓ, ਨ ਆਪੇ ਹੀ ਥੰਮ ਖਲੋਆ। ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਆ। ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਿਰੋਆ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਵੈ ਚੰਦੋਆ। ਉਗਮਣਹੁ ਤੈ ਆਥ ਬਣਹੁ, ਚਹੁ ਚੱਕੀ ਕੀਅਨ ਲੋਆ। ਜਿਨੀ ਗੁਰੂ ਨਾ ਸੇਵਿਓ, ਮਨ ਮੁਖਾ ਪਿਆ ਮੋਆ। ਤੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਆ। ਚਾਰੇ ਜਗ ਚਹੁ ਜੁਗੇ ਪੰਚਾਇਣ ਆਪੇ ਹੋਆ। ਚਾਰੇ ਜਗ ਚਹੁ ਜੁਗੀ ਪੰਚਾਇਣ ਆਪੇ ਹੋਆ। ਸੋ ਸਾਧ ਸੰਗਤ ਜੀ,
ਇਹ ਪਾਵਨ ਬਾਣੀ ਜੋ ਟਿੱਕੇ ਦੀ ਵਾਰ, ਰਾਮਕਲੀ ਦੀ ਵਾਰ ਜਾਂ ਸੱਤੇ ਬਲਵੰਡੇ ਦੀ ਵਾਰ ਸੰਪੂਰਨ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਉਪਮਾ ਵਿੱਚ ਗਾਈਆਂ ਹੋਈਆਂ ਇਹ 8 ਪੌੜੀਆਂ ਸੰਗਤਾਂ ਨੇ ਸਰਵਣ ਕੀਤੀਆਂ ਹਨ। ਇਹਦੇ ਵਿੱਚ ਉਚਾਰਨ ਦੇ ਜੋ ਭੇਦ ਹਨ ਮਹਾਂਪੁਰਸ਼ਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਹੁਣ ਭਗਤਾਂ ਦੀ ਬਾਣੀ ਆਰੰਭ ਹੋ ਰਹੀ ਹੈ। ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਿਯਮ ਰੱਖਿਆ ਹੈ, ਵਾਰਾਂ ਤੋਂ ਬਾਅਦ ਭਗਤਾਂ ਦੀ ਬਾਣੀ ਆਉਂਦੀ ਹੈ। ਔਰ ਭਗਤਾਂ ਦੀ ਬਾਣੀ ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ, ਫਿਰ ਨਾਮਦੇਵ ਜੀ ਮਹਾਰਾਜ ਦੀ ਬਾਣੀ, ਫਿਰ ਰਵਿਦਾਸ ਜੀ ਦੀ ਬਾਣੀ, ਫਿਰ ਬਾਕੀ ਭਗਤਾਂ ਮਹਾਂਪੁਰਸ਼ਾਂ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਸ਼ਬਦ ਹੀ ਹਨ ਉਹਨਾਂ ਦੀ ਬਾਣੀ ਆਉਂਦੀ ਹੈ। ਸੋ ਹੁਣ ਭਗਤਾਂ ਦੀ ਬਾਣੀ ਦਾ ਪਾਠ ਸਰਵਣ ਕਰੀਏ ਜੀ।